कि सिद्धू साहब की गड्डी के पिछे एक होर गड्डी लगी हुई सी, जिसने ड्राइवर के नाल रल के उस मौके ते उन्होंने सिग्नल किया कि हुण तो ब्रेकां दब दे। सिद्धू साहब के मत्थे के उत्ते एक गोल निशान सीगा, उस ट्रक के उत्ते सरिया नहीं सी लद्या होया, जिहदे नाल ओह इन्हां दे मत्थे च वड़ जांदा। मैनू शक है कि इन्हां नूं गोली मारी गई है। भाई सिद्धू की भी तफ्तीश UN दे कमिशन तो कराउण दा असीं मंग करांगे। सिद्धू साहब भी मनपसंद तरीके दे विच अपना प्रचार कर रहे सीगे, पर हुकूमत नूं उन्हां तो इन्ना डर लग्या कि उन्हां दा इह कतल कराता। कहने भी ये कुदरती एक्सीडेंट नहीं है, धक्का होया है। हाँ, धक्का होया है। ये बहुत घाटा पिया अपनी कौम नूं। दीप सिद्धू च ऐसा होर की खास लगदा सी तुहानूं? लगदा सीगा कि किरण कि हुण जिहड़ा संत जरनैल सिंह भिंडरांवालिਆਂ ने आज़ादी दी जदोजहद शुरू की है, ते अमन पसंद तरीके दे नाल भाई दीप सिंह सिद्धू ਉਹ ਜਿਵੇਂ ਰੀਲੇ ਦੇ ਵਿੱਚ ਬੇਟਨ ਫੜੀਦਾ ਤੇ ਅਗਲੇ ਨੂੰ ਦੇ ਦਈਦਾ, ਉਹ ਯੋਗ ਹੋ ਗਿਆ ਮੇਰੇ ਤੋਂ ਬੇਟਨ ਫੜਨ ਦਾ। ਇਹ ਮੇਰੀ ਸਮਝ ਸੀਗੀ। ਸਾਰੀਆਂ ਏਜੰਸੀਆਂ ਪੁੱਛਗਿੱਛ ਕਰਨ ਆਉਂਦੀਆਂ, ਮੇਰੀ ਵੀ ਕੀਤੀ ਹੈ, ਸਾਰਾ ਕੁਝ ਦੇਖਿਆ ਹੈ। ਮੇਰੀ ਹੁਣ ਦਾੜੀ 'ਚ ਖੋਦੀ ਹੋਈ ਪਈ ਹੈ, ਮੇਰੀ ਪੱਟੀ ਹੈ ਦੱਬ ਕੇ। ਅੰਗਰੇਜ਼ਾਂ ਨੂੰ अपना राज दो राजां दे विच वंडना पिया, मुसलमान ते हिंदू दे लई। ते सिख भी दावेदार सीगे कि साडा मुल्क अलहदा होना चाहिए। उस समय जे सिद्धू साहब वर्गा वकील हुंदा साडे कोले, असीं बाजी नहीं सी हारनी। CPI इक्को एक पार्टी सी कम्युनिस्टां दी। इन्हां दा जिहड़ा जनरल सैकटरी सी हरकिशन सिंह सुरजीत, उसने भी खालिस्तान का मता पास करता सीगा पार्टी ने। कहते सिमरजीत सिंह मान नूं कई लोग कहते भी उन्होंने जाके पहला खालिस्तान की मंग रख देनी है। मुद्दे हजे होर भी बहुत हैगे ने। जे कुत्ता आज़ादी महसूस करता है, फिर एक कुदरती है कि मनुख भी करूगा आज़ादी नूं। हिंदुस्तान दे विच मैं कह सकदा कि हिंदुत्व का राज है, ਤੇ ਇੱਥੇ ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਮਰਗੜ੍ਹ ਹਲਕੇ ਦੇ ਵਿੱਚ ਮੌਜੂਦ ਹਾਂ। ਵੋਟਿੰਗ ਹੋ ਚੁੱਕੀ ਹੈ ਔਰ ਵੋਟਾਂ ਪੈਣ ਤੋਂ ਬਾਅਦ ਵੀ ਨਤੀਜਿਆਂ ਦੇ ਲੋਕ ਅੰਦਾਜ਼ੇ ਲਾਉਣ ਲੱਗ ਜਾਂਦੇ ਨੇ, ਕਿਉਂਕਿ ਵੋਟਾਂ ਵਾਲੇ ਦਿਨ ਲੋਕਾਂ ਦੇ ਹਾਵ ਭਾਵ, ਲੋਕਾਂ ਦਾ ਤੌਰ ਤਰੀਕਾ, ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ, ਉਹਨਾਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਵੀ ਹਾਂ ਵੋਟ ਕਿਹੜੇ ਪਾਸੇ ਨੂੰ ਗਈ ਹੈ। ਸੋ ਅਸੀਂ ਪਿੰਡਾਂ ਦੇ ਸਰਵਿਸ ਦੇ ਵਿੱਚ ਸੀ। ਅਮਰਗੜ੍ਹ ਦੇ ਹਲਕੇ ਦੇ ਵਿੱਚ ਤਾਂ ਸਿਮਰਜੀਤ ਸਿੰਘ ਮਾਨ ਦੇ ਜਿਹੜੇ ਬੂਥ ਲੱਗਣੇ ਸੀ ਤਕਰੀਬਨ ਹਰ ਇੱਕ ਪਿੰਡ ਦੇ ਵਿੱਚ। ਹੈਰਾਨੀ ਵਾਲੀ ਗੱਲ ਇਹ ਸੀ ਕਿ ਧੂਰੀ ਹਲਕੇ ਤੇ ਮਹਿਲ ਹਲਕੇ ਦੇ ਵਿੱਚ ਤੇ ਬਰਨਾਲੇ ਹਲਕੇ ਦੇ ਵਿੱਚ ਅਸੀਂ ਗਏ। ਉਹਨਾਂ ਹਲਕਿਆਂ ਦੇ ਵਿੱਚ ਵੀ ਜੇ 10 ਪਿੰਡਾਂ 'ਚ ਜਾਂਦੇ ਸੀ ਤਾਂ 7 ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੂਥ ਲੱਗੇ ਹੋਏ ਸੀ ਤੇ ਇੱਕ ਬੂਥ ਦੇ ਉੱਤੇ ਕਾਂਗਰਸ ਤੋਂ ਅਕਾਲੀਆਂ ਤੋਂ ਵੱਧ ਲੋਕ ਬੈਠੇ ਹੋਏ ਸੀ। ਸੋ ਇਹ ਬੜੀ ਖੁਸ਼ੀ ਦੀ ਗੱਲ ਹੋਊਗੀ ਪਾਰਟੀ ਵਾਸਤੇ। ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਮੇਰੀ ਕੌਮ ਮੈਨੂੰ ਵੋਟਾਂ ਨਹੀਂ ਪਾਉਂਦੀ, ਗਿਲਾ ਸ਼ਿਕਵਾ ਦੂਰ ਹੋਇਆ ਲੱਗਦਾ। ਐਤਕੀ ਤੁਹਾਡੀ ਉਹ ਗੱਲ ਲੋਕਾਂ ਦੇ ਦਿਲ ਦੇ ਵਿੱਚ ਵੱਜੀ ਲੱਗਦੀ ਹੈ। ਲੱਗਦਾ ਕਿ ਐਤਕੀ ਸੱਚਮੁੱਚ ਲੋਕ ਸਿਆਣੇ ਹੋ ਗਏ ਤੇ ਕੁਛ ਨਾ ਕੁਛ ਕੌਮ ਵਾਸਤੇ ਜ਼ਰੂਰ ਯੋਗਦਾਨ ਪਾਇਆ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਰਣੀਆ ਬਰਾੜ ਸਾਹਿਬ, ਤੁਸੀਂ ਸਾਰੇ ਇਲਾਕਿਆਂ ਦਾ ਦੌਰਾ ਕੀਤਾ ਤੇ ਆਪਣੀਆਂ ਰਿਪੋਰਟਾਂ ਦਿੱਤੀਆਂ। ਖੁਸ਼ੀ ਤਾਂ ਮੈਨੂੰ ਹੈ ਜਿਵੇਂ ਵੋਟਾਂ ਪਈਆਂ, ਪਰ ਹੁਕੂਮਤ ਕੱਟੜਵਾਦ ਹਿੰਦੁੱਤਵਾਦੀ ਹੈ। ਜਿਹੜੀਆਂ ਵੋਟਿੰਗ ਮਸ਼ੀਨਾਂ EVMs, ਸਾਨੂੰ ਡਰ ਹੈ ਕਿ ਇਹਨਾਂ ਦੇ ਉੱਤੇ ਚਿੱਪ ਇਹੋ ਜਿਹਾ ਲਾ ਸਕਦੀ ਹੈ ਹੁਕੂਮਤ, ਜਿਹਦੇ ਨਾਲ ਵੋਟ ਸਾਡੀ ਪਾਰਟੀ ਦੀ ਦੂਜੀ ਪਾਰਟੀ ਨੂੰ ਤਬਦੀਲ ਹੋ ਸਕਦੀ ਹੈ। ਤੇ ਫਿਰ ਇਹਦੇ ਲਈ हुकूमत ने, हिंदुत्व ने, मोदी साहब ने
ਜੇ ਇਹੋ ਜਿਹੀ ਬੇਈਮਾਨੀ ਹੋ ਗਈ, ਇਹਨਾਂ ਦਾ ਨਾਂ ਸਾਰੇ ਜਮਹੂਰੀਅਤ ਪਸੰਦ ਮੁਲਕਾਂ ਦੇ ਵਿੱਚ ਖਤਮ ਹੋ ਜਾਊਗਾ ਜੇ ਕੋਈ ਵੀ ਹੇਰਾ ਫੇਰੀ ਵੋਟਿੰਗ ਦੇ ਵਿੱਚ ਕੀਤੀ ਗਈ। ਸੋ ਇਹ ਸੋਚਣ ਵਾਲੀ ਗੱਲ ਹੈ ਕਿ ਜੇ ਇਹੋ ਜਿਹਾ ਕੰਮ ਕੀਤਾ, ਹੁਣ ਸਿੱਖਾਂ ਦੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਨੁਮਾਇੰਦਗੀ ਹੋ ਗਈ ਹੈ, ਅਤੇ ਜੇ ਇਲੈਕਸ਼ਨਾਂ ਦੇ ਕਾਊਂਟਿੰਗ ਦੇ ਵਿੱਚ, ਗਿਣਤੀ ਦੇ ਵਿੱਚ ਕੋਈ ਹੇਰਾ ਫੇਰੀ ਕਰਤੀ ਤਾਂ ਸਾਰੇ ਜਮਹੂਰੀਅਤ ਪਸੰਦ ਮੁਲਕ ਹਿੰਦੂਤਵਾ ਅਤੇ ਇੰਡੀਆ ਦੇ ਖਿਲਾਫ ਹੋ ਜਾਣਗੇ। ਸੋ ਇਹਨਾਂ ਦੇ ਇੰਟਰਸਟ ਦੇ ਵਿੱਚ ਹੈ ਕਿ ਜਿਹੜੀ ਵੋਟਿੰਗ ਹੈ ਉਹ ਸਿਰਫ ਦੇਖਣੀ ਨਹੀਂ ਚਾਹੀਦੀ ਕਿ ਇਹ ਜਾਇਜ਼ ਹੋ ਰਹੀ ਹੈ, ਪਰ ਇਹਦੇ ਰਿਜ਼ਲਟ ਵੀ ਜਾਇਜ਼ ਹੋਣੇ ਚਾਹੀਦੇ ਹੈ ਕਿ ਉਹਦੇ ਵਿੱਚ ਚਿੱਪ ਨਹੀਂ ਲੱਗਣਾ ਚਾਹੀਦਾ EVM ਮਸ਼ੀਨਾਂ 'ਚ। ਅੱਛਾ, ਮਤਲਬ ਫਿਰ ਤਾਂ ਮਾਨ ਸਾਹਿਬ ਤੁਸੀਂ ਬਹੁਤ ਸਮੇਂ ਦੀ ਲੜਾਈ ਲੜ ਰਹੇ ਹੋ। ਇਸ ਟਾਈਮ ਉਹ ਮੌਕਾ ਆਇਆ ਜਿਸ ਟਾਈਮ ਮਾਨ ਸਾਹਿਬ ਦੀ ਗੱਲ ਹੋਈ। ਦੀਪ ਸਿੱਧੂ ਜਦੋਂ ਇਸ ਦੁਨੀਆ ਦੇ ਉੱਤੇ ਹੁੰਦੇ ਸੀ, ਤੁਹਾਡੀ ਗੱਲ ਉਦੋਂ ਹੀ ਹੋਣੀ ਸ਼ੁਰੂ ਹੋ ਗਈ। ਇਹ ਨਹੀਂ ਕਹਿ ਸਕਦੇ ਕਿ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਹੋਈ, ਦੀਪ ਸਿੱਧੂ ਦੀ ਸਪੋਰਟ ਦੇ ਨਾਲ ਹੋਣੀ ਸ਼ੁਰੂ ਹੋ ਗਈ। ਅਤੇ ਵੈਸੇ ਵੀ ਲੋਕਾਂ ਨੂੰ ਜਦੋਂ ਪਤਾ ਲੱਗਿਆ ਕਿ ਮਾਨ ਸਾਹਿਬ ਇੱਕ ਐਸੇ ਸ਼ਖਸੀਅਤ ਨੇ, ਨੌਜਵਾਨ ਪੀੜ੍ਹੀ ਇਕੱਠੀ ਹੋਈ, ਕਿਉਂਕਿ ਅੱਜ ਕੱਲ੍ਹ ਬੜਾ ਰੈਵੋਲਿਊਸ਼ਨ ਆਉਂਦਾ, ਤਾਂ ਪਤਾ ਲੱਗਿਆ। ਤਾਂ ਫਿਰ ਇਹਦਾ ਮਤਲਬ ਤਾਂ ਫਿਰ ਜੇ ਕੁਝ ਇਹੋ ਜਿਹੇ ਹੁਕੂਮਤਾਂ ਕਰਦੀਆਂ ਰਹੀਆਂ ਤਾਂ ਹਮੇਸ਼ਾ ਹੁਕੂਮਤਾਂ ਆਪਣੇ ਰਾਜ ਦੇ ਵਿੱਚ ਰਹਿਣਗੀਆਂ, ਅਤੇ ਹਮੇਸ਼ਾ ਤੁਹਾਡੇ ਵਰਗੇ ਧੜੱਲੇਦਾਰ ਲੋਕ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਪੈਸੇ ਦੀ ਜਾਇਦਾਦ ਜ਼ਮੀਨ ਛੱਡ ਕੇ, ਕਿੱਡੀਆਂ ਤਕੜੀਆਂ ਨੌਕਰੀਆਂ ਛੱਡ ਕੇ ਤੁਸੀਂ ਅੱਜ ਇੱਕ ਐਸੇ ਵਿਹੜੇ 'ਚ ਬੈਠੇ ਹੋ ਜਿੱਥੇ ਲੋਕਾਂ ਨੂੰ ਤੁਸੀਂ ਮਿਲ ਸਕਦੇ ਹੋ, ਅਤੇ ਫਿਰ ਤਾਂ ਅਸੀਂ ਇੱਥੇ ਹੀ ਰਹਿ ਜਾਵਾਂਗੇ। ਫਿਰ ਇਹਨਾਂ ਦੇ ਕੀ ਹੱਲ ਹੈ, ਇਹਨਾਂ ਪਿੱਛੇ ਕੀ ਲੜਾਈ ਹੈ? ਜੇ ਸਾਡੀ EVM ਨੂੰ ਬਦਲਤਾ, ਜੇ ਲੋਕ ਸਾਡੇ ਨਾਲ ਤੇ ਅਸੀਂ ਕੀ ਕਰਾਂਗੇ? ਨਹੀਂ, ਬੜੇ ਵੱਡੇ ਬੰਦਿਆਂ ਨੇ ਇਤਰਾਜ਼ ਕੀਤਾ। ਜਿਹੜਾ ਪ੍ਰੈਜ਼ੀਡੈਂਟ ਆਫ ਬ੍ਰਾਜ਼ੀਲ ਹੈ, ਉਹਨੇ ਵੀ ਇਤਰਾਜ਼ ਕੀਤਾ ਕਿ EVM ਮਸ਼ੀਨਾਂ ਨਹੀਂ ਹੋਣੀਆਂ ਚਾਹੀਦੀਆਂ। ਕੈਪਟਨ ਅਮਰਿੰਦਰ ਸਿੰਘ ਨੇ, ਜਦੋਂ ਇਹ ਚੀਫ ਮਿਨਿਸਟਰ ਨਹੀਂ ਸੀ, ਇਹ ਤਾਂ ਅਦਾਲਤਾਂ ਦੇ ਵਿੱਚ ਕੇਸ ਕਰਨ ਲੱਗੇ ਸੀ ਕਿ EVM ਮਸ਼ੀਨਾਂ ਨਹੀਂ ਹੋਣੀਆਂ ਚਾਹੀਦੀਆਂ, ਸਾਡੇ ਉਹ ਬੈਲਟ ਪੇਪਰਸ ਹੋਣੇ ਚਾਹੀਦੇ ਆ ਜਿੱਥੇ ਵੋਟ ਪਵੇ। ਪਰ ਇਹਨਾਂ ਦੀ ਕੋਈ ਗੱਠਮਿੱਠ BJP RSS ਨਾਲ ਹੋ ਗਈ, ਜਿਹਦਾ ਨਾਲ ਇਹਨਾਂ ਨੇ ਅੱਗੇ ਕੇਸ ਨਹੀਂ ਕੀਤਾ, ਅਤੇ ਇਹਨਾਂ ਦੇ 4.5 ਸਾਲ ਬਹੁਤ ਆਰਾਮ ਦੇ ਨਾਲ BJP ਅਤੇ RSS ਹੁਕੂਮਤ ਨੇ ਬਤੌਰ ਚੀਫ ਮਿਨਿਸਟਰ ਪੰਜਾਬ ਦੇ ਕਢਾਤੇ ਸੀਗੇ। ਅਤੇ ਜਿਹੜੀ ਸਿੱਧੂ ਸਾਹਿਬ ਦੀ ਗੱਲ ਹੈ, ਇਹ ਤਾਂ ਬਹੁਤ ਸਾਡੀ ਕੌਮ ਨੂੰ ਦੁੱਖ ਹੈ, ਕਿਉਂ ਕਰਕੇ ਉਹ ਪੜ੍ਹੇ ਲਿਖੇ ਕਿੰਗਸ ਕਾਲਜ ਵਲੈਤ ਦੇ ਵਕੀਲ ਸੀਗੇ, ਅਤੇ ਉਹ ਬਰਾਬਰ ਸੀਗੇ ਜਿਵੇਂ ਨਹਿਰੂ ਅਤੇ ਗਾਂਧੀ ਹਿੰਦੂ ਕੌਮ ਦੇ ਵਕੀਲ ਸੀਗੇ। ਉਹ ਵੀ ਵਲੈਤ ਤੋਂ ਪੜ੍ਹ ਲਿਖ ਕੇ ਆਏ ਸੀ, ਅਤੇ ਮੁਸਲਮਾਨ ਕੌਮ ਦੇ ਜਿਨ੍ਹਾਂ ਸਾਹਿਬ ਸੀ, ਮੁਹੰਮਦ ਅਲੀ ਜਿਨ੍ਹਾਂ, ਉਹ ਵੀ ਵਲੈਤ ਤੋਂ ਵਕਾਲਤ ਕਰਕੇ ਆਏ ਸੀਗੇ। ਅਤੇ 1947 'ਚ ਜਦੋਂ ਅੰਗਰੇਜ਼ਾਂ ਦਾ ਰਾਜ ਟੁੱਟਿਆ, ਉਸ ਵੇਲੇ ਜਦੋਂ ਮੁਲਕ ਬਣੇ ਹੈ ਪਾਕਿਸਤਾਨ ਅਤੇ ਇੰਡੀਆ, ਇਹ ਵਕੀਲਾਂ ਨੇ ਇਹੋ ਜਿਹੀ ਦਲੀਲ ਦੇ ਨਾਲ ਗੱਲ ਕੀਤੀ ਕਿ ਅੰਗਰੇਜ਼ਾਂ ਨੂੰ ਆਪਣਾ ਰਾਜ 2 ਰਾਜਾਂ ਦੇ ਵਿੱਚ ਵੰਡਣਾ ਪਿਆ, ਮੁਸਲਮਾਨ ਅਤੇ ਹਿੰਦੂ ਦੇ ਲਈ। ਅਤੇ ਸਿੱਖ ਵੀ ਦਾਅਵੇਦਾਰ ਸੀਗੇ ਕਿ ਸਾਡਾ ਮੁਲਕ ਅਲੱਗਾ ਹੋਣਾ ਚਾਹੀਦਾ। ਉਸ ਸਮੇਂ ਜੇ ਸਿੱਧੂ ਸਾਹਿਬ ਵਰਗਾ ਵਕੀਲ ਹੁੰਦਾ ਸਾਡੇ ਕੋਲੇ, ਅਸੀਂ ਬਾਜੀ ਨਹੀਂ ਸੀ ਹਾਰਨੀ। ਜੇ 47 'ਚ ਦੀਪ ਸਿੱਧੂ ਹੁੰਦਾ ਤਾਂ ਅਸੀਂ 47 'ਚ ਇੱਕ ਵੱਖਰਾ ਦੇਸ਼ ਲੈ ਲੈਣਾ ਸੀ, ਇਹ ਕਹਿੰਦੇ ਹੋ? ਅਤੇ ਫਿਰ ਇਹੀ ਤਾਂ ਗੱਲ ਸੀਗੀ। ਇਹ ਤਾਂ ਕੋਈ ਲੁਕੀ ਛੁਪੀ ਤਾਂ ਗੱਲ ਹੈ ਨਹੀਂ ਕਿ ਮੇਰੇ 'ਤੇ ਕੋਈ ਕੇਸ ਕਰ ਦੋਗੇ। ਇਹ ਤਾਂ ਇਤਿਹਾਸ ਹੈ। 1946 ਦੇ ਵਿੱਚ ਸਰਬਸੰਮਤੀ ਦੇ ਨਾਲ STPC ਨੇ ਖਾਲਿਸਤਾਨ ਦਾ ਮਤਾ ਪਾਸ ਕਰਤਾ ਸੀਗਾ, ਅਤੇ 1943 ਦੇ ਵਿੱਚ, 43 ਦੇ ਵਿੱਚ CPI ਇੱਕੋ ਇੱਕ ਪਾਰਟੀ ਸੀ ਕਮਿਊਨਿਸਟਾਂ ਦੀ। ਇਹਨਾਂ ਦਾ ਜਿਹੜਾ ਜਨਰਲ ਸੈਕਟਰੀ ਸੀ ਹਰਕਿਸ਼ਨ ਸਿੰਘ ਸੁਰਜੀਤ, ਉਸ ਨੇ ਵੀ ਖਾਲਿਸਤਾਨ ਦਾ ਮਤਾ ਪਾਸ ਕਰਤਾ ਸੀਗਾ ਪਾਰਟੀ ਨੇ। ਉਸ ਵੇਲੇ ਰੂਸ ਦੇ ਵਿੱਚ ਬਿਲਕੁਲ ਕਾਮਰੇਡਾਂ ਦਾ ਬਹੁਤ ਦਾਅਵਾ ਸੀ ਅਤੇ ਸਾਰੀ ਦੁਨੀਆ ਮੰਨਦੀ ਸੀ। ਉੱਥੇ ਜਾ ਕੇ ਵੀ ਇਹ ਦਾਅਵੇ ਨੂੰ ਪਾਸ ਕੀਤਾ ਜਾਂਦਾ ਹੈ। ਅਤੇ ਅਸੀਂ ਸਿੱਖ ਪੜ੍ਹੇ ਲਿਖੇ ਸਕਾਲਰਸ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਮਾਸਕੋ ਜਾ ਕੇ ਕ੍ਰੈਮਲਿਨ ਦੇ ਰਿਕਾਰਡ ਦੇਖੋ 1943 ਦੇ,
ਕਿ ਉਹ ਮਤਾ ਉੱਥੇ ਪਹੁੰਚਿਆ ਸੀ ਕਿ ਨਹੀਂ ਪਹੁੰਚਿਆ ਸੀ। ਇਹ ਇੱਕ ਰਿਸਰਚ ਦੀ ਗੱਲ ਹੈ ਜਿਹੜੀ ਹੋਣੀ ਚਾਹੀਦੀ ਸੀ। ਜੇ ਸਿੱਧੂ ਸਾਹਿਬ ਵਰਗਾ ਅੱਜ ਸਾਡੇ ਕੋਲੇ ਹੁੰਦਾ, ਇਹਨਾਂ ਦੇ ਕੋਲੇ ਜ਼ਰੀਏ ਸੀਗੇ ਕਿ ਇਹ ਸਰਚ ਮਾਸਕੋ ਦੀ ਕ੍ਰੈਮਲਿਨ ਦੇ ਵਿੱਚ ਕਰਾ ਸਕਦੇ ਸੀਗੇ। ਸੋ ਇਹ ਬਹੁਤ ਘਾਟਾ ਪਿਆ ਆਪਣੀ ਕੌਮ ਨੂੰ। ਅੱਛਾ ਮਾਨ ਸਾਹਿਬ, ਬਹੁਤ ਥਾਵਾਂ ਤੇ ਕਹਿੰਦੇ ਸਿਮਰਜੀਤ ਸਿੰਘ ਮਾਨ ਨੂੰ ਖਰੀਦਣ ਦੀ ਕੋਸ਼ਿਸ਼ ਹੋਈ, ਬੜੀਆਂ ਗੱਲਾਂ ਹੋਈਆਂ ਵੀ ਚਲੋ ਇਸ ਗੱਲ ਤੇ ਸਮਝੌਤਾ ਕਰ ਲੈਣਗੇ, ਇਸ ਗੱਲ ਤੇ ਸਮਝੌਤਾ ਕਰ ਲੈਣਗੇ। ਸ਼ਾਇਦ ਇਸ ਵਾਰ ਲਹਿਰ ਚੱਲੀ, ਸ਼ਾਇਦ ਇਸ ਵਾਰ ਜਿਸ ਦਿਨ ਸਿਮਰਜੀਤ ਸਿੰਘ ਮਾਨ ਜਿਹੜੇ ਪਾਸੇ ਨੂੰ ਜਾਂਦਾ ਤਾਂ ਲੋਕ ਓਏ ਐਂ ਕਹਿ ਕੇ ਨਹੀਂ ਬੁਲਾਉਂਦੇ, ਲੋਕਾਂ ਦਾ ਸਿਰ ਝੁਕ ਜਾਂਦਾ। ਵਿਕੇ ਨਹੀਂ ਤੁਸੀਂ ਜਾਂ ਸਮਝੌਤਾ ਨਹੀਂ ਕੀਤਾ ਤਾਂ ਕੋਈ ਇਹੋ ਜਿਹਾ ਡਾਵਾਡੋਲ ਸਥਿਤੀ ਫਾਈਨੈਂਸ਼ੀਅਲ ਤੌਰ 'ਤੇ ਆਈ ਹੋਵੇ, ਮਾਨਸਿਕ ਸਥਿਤੀ 'ਤੇ ਆਈ ਹੋਵੇ ਕਿ ਨਹੀਂ ਯਾਰ ਵੀ ਲੋਕ ਤਾਂ ਨਾਲ ਜੁੜਦੇ ਨਹੀਂ, ਤਕਰੀਬਨ ਆਹੀ ਕੰਮ ਕਰਕੇ ਦੇਖ ਲਈਏ, ਕਦੇ ਮਨ ਡੋਲਦਾ ਹੀ ਨਹੀਂ? ਗੁਰੂ ਸਾਹਿਬ ਵੱਲੋਂ ਇਹ ਦਿੱਤੀ ਹੋਈ ਗੱਲ ਹੈ ਕਿ ਵੈਸੇ ਹੀ ਧੋ ਧਾਰਿਆ ਹੋਇਆ ਵੀ ਕਦੇ ਡੋਲਣਾ ਨਹੀਂ, ਇੱਦਾਂ ਹੀ ਚਲੇ ਜਾਣਾ ਦੁਨੀਆ। ਨਹੀਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਮੇਰੇ ਤੇ ਬਹੁਤ ਅਸਰ ਹੈ ਤੇ ਰਿਹਾ। ਤੇ ਦੂਸਰੀ ਚੀਜ਼ ਹੈ ਕਿ ਸਾਨੂੰ ਸਾਡੀ ਕੌਮ ਨੇ ਬਹੁਤ ਭਾਰੀ ਜਾਇਦਾਦ ਦਿੱਤੀ ਤੇ ਅਸੀਂ ਕਰੀਬ ਸਭ ਤੋਂ ਅਮੀਰ ਸੀਗੇ 1947 ਦੇ ਵਿੱਚ ਸਿੱਖਾਂ ਤੇ ਪੰਜਾਬੀਆਂ ਦੇ ਵਿੱਚ। ਹਾਂ, ਤੇ ਫਿਰ ਜੇ ਇੰਨੀ ਜਾਇਦਾਦ ਸਿੱਖ ਕੌਮ ਨੇ ਦਿੱਤੀ ਹੈ, ਫਿਰ ਉਹ ਵਾਪਸ ਵੀ ਤਾਂ ਕੁਛ ਨਾ ਕੁਛ ਦੇਣਾ ਪੈਂਦਾ। ਤੇ ਉਹ ਮੈਂ ਕੋਸ਼ਿਸ਼ ਕੀਤੀ ਕਿ ਸਿੱਖ ਕੌਮ ਦੇ ਲਈ ਮੈਂ ਕੁਛ ਕਰਾਂ। ਇਸ ਬਾਰੇ ਮੈਂ ਅਸਤੀਫਾ ਦੇਤਾ ਸੀਗਾ। ਚਲੋ, ਪਰ ਮੈਨੂੰ ਅਫਸੋਸ ਹੁੰਦਾ ਹੈ ਕਿ ਇੰਡੀਆ ਦੇ ਵਿੱਚ ਕਹਿੰਦੇ ਆ, ਹਿੰਦੁਸਤਾਨ ਦੇ ਵਿੱਚ ਕਿ ਪ੍ਰੈਸ ਦੀ ਫਰੀडम ਹੈ, ਪਰ ਮੈਨੂੰ ਨਜ਼ਰ ਨਹੀਂ ਆਉਂਦੀ ਕਿਉਂ ਕਰਕੇ ਪਿਛਲੇ 20 ਸਾਲਾਂ ਤੋਂ ਟ੍ਰਿਬਿਊਨ ਨੇ, ਇੰਡੀਅਨ ਐਕਸਪ੍ਰੈਸ ਨੇ, ਹਿੰਦੁਸਤਾਨ ਟਾਈਮਸ ਨੇ, ਟਾਈਮਸ ਆਫ ਇੰਡੀਆ ਨੇ, UNI ਨੇ, PTI ਨੇ ਮੇਰਾ ਬਿਆਨ ਲਾਉਣਾ ਪਸੰਦ ਹੀ ਨਹੀਂ ਕੀਤਾ। ਤੇ ਹਰੇਕ ਸਿੱਖ ਦੇ ਨਾਂ ਪਿੱਛੇ ਸਿੰਘ ਨਹੀਂ ਸੀ ਲਾਉਂਦੇ, ਅਮਰਿੰਦਰ ਕਹਿ ਦਿੰਦੇ ਸੀਗੇ ਜਾਂ ਪਰ ਸਿੰਘ ਨਹੀਂ ਸੀ ਲਾਉਂਦੇ। ਸੋ ਮੈਂ ਤੁਹਾਨੂੰ ਅਸਲੀਅਤ ਦੱਸਣਾ ਚਾਹੁੰਦਾ ਕਿ ਇਹ ਗੱਲ ਕਿੱਥੋਂ ਸ਼ੁਰੂ ਹੋਈ ਹੈ। ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ 1984 'ਚ, ਉਸ ਵੇਲੇ ਟ੍ਰਿਬਿਊਨ ਦੇ ਐਡੀਟਰ ਸੀਗੇ ਪ੍ਰੇਮ ਭਾਟੀਆ ਤੇ ਟਾਈਮਸ ਆਫ ਇੰਡੀਆ ਦੇ ਐਡੀਟਰ ਸੀਗੇ ਗਿਰੀ ਲਾਲ ਜੈਨ ਤੇ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਸੀਗੇ ਅਰੁਣ ਸ਼ੌਰੀ ਸਾਹਿਬ। ਇਹਨਾਂ ਨੇ ਇੰਦਰਾ ਗਾਂਧੀ ਦੇ ਉੱਤੇ ਇੰਨਾ ਜ਼ੋਰ ਪਾਇਆ ਕਿ ਜਿੰਨਾ ਚਿਰ ਤੁਸੀਂ ਮਿਲਟਰੀ ਆਪਰੇਸ਼ਨ ਸਿੱਖਾਂ ਦੇ ਉੱਤੇ ਨਹੀਂ ਕਰਦੇ, ਉਨਾ ਚਿਰ ਇਹ ਦੇਸ਼ ਟੁੱਟ ਜੂਗਾ। ਇਸ ਕਰਕੇ ਜਿਹੜੀ ਮੈਂ ਇਹ ਸਾਰੀਆਂ ਚੀਜ਼ਾਂ ਲਿਖੀਆਂ ਤੇ ਇਹਨਾਂ ਨੂੰ ਮੇਰੇ ਨਾਲ ਨਫ਼ਰਤ ਹੋ ਗਈ ਹੈ ਤੇ ਕੋਈ ਵੀ ਮੇਰਾ ਬਿਆਨ ਅੱਜ ਤੱਕ 20 ਸਾਲਾਂ ਤੋਂ ਇਹਨਾਂ ਅਖਬਾਰਾਂ ਨੇ ਲਾਇਆ ਨਹੀਂ। ਤੋ ਇੱਥੇ ਹਿੰਦੁਸਤਾਨ ਦੇ ਵਿੱਚ ਮੈਂ ਕਹਿ ਸਕਦਾ ਕਿ ਹਿੰਦੂਤਵ ਦਾ ਰਾਜ ਹੈ ਤੇ ਇੱਥੇ ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਤੇ ਅਖਬਾਰਾਂ ਵੀ ਨਫ਼ਰਤ ਸਾਥੋਂ ਕਰਦੀਆਂ, ਜਿਹੜਾ ਕਿ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਾਡੇ ਕੋਲੇ ਇੱਕ ਆਜ਼ਾਦ ਪ੍ਰੈਸ ਹੈ। ਮੈਂ ਸਾਰੇ ਜਮਹੂਰੀਅਤ ਪਸੰਦ ਮੁਲਕਾਂ ਨੂੰ ਲਿਖ ਕੇ ਭੇਜਿਆ ਕਿ ਜਿਹੜੀਆਂ ਅਖਬਾਰਾਂ ਤੁਸੀਂ ਪੜ੍ਹਦੇ ਹੋ ਇੰਡੀਆ ਦੀਆਂ ਛਪੀਆਂ, ਉਸ ਨੂੰ ਪੜ੍ਹੋ ਵਿਦ ਅ ਪਿੰਚ ਆਫ ਸਾਲਟ। ਅੰਗਰੇਜ਼ੀ ਦਾ ਮੁਹਾਵਰਾ ਹੈ ਕਿ ਉਹਨੂੰ ਲੂਣ ਥੋੜ੍ਹਾ ਜਿਹਾ ਚੱਕ ਕੇ ਫਿਰ ਪੜ੍ਹਿਓ, ਕਿਉਂ ਕਰਕੇ ਜਿਹੜੀ ਅਸਲੀਅਤ ਹੈ ਉਹ ਦੁਨੀਆ ਤੋਂ ਇਹ ਅਖਬਾਰਾਂ ਲੁਕੋਦੀਆਂ। ਜਿਵੇਂ ਅਮਰੀਕਾ ਦੇ ਵਿੱਚ ਪ੍ਰੈਸ ਫ੍ਰੀ ਹੈ, ਉਹ ਸਰਕਾਰ ਤੇ ਕਾਲਿਆਂ ਦੇ ਕਿਸੇ ਵੀ ਕੌਮ ਦਾ ਉਹ ਜਿਹੜਾ ਬਿਆਨ ਹੈ ਉਹ ਬੈਨ ਨਹੀਂ ਕਰਦੇ। ਇਸੇ ਤਰ੍ਹਾਂ ਅੰਗਰੇਜ਼ਾਂ ਦੀ ਹੈ। ਪਰ ਇੰਡੀਆ ਦੀ ਜਿਹੜੀ ਪ੍ਰੈਸ ਹੈ, ਹੁਣ ਦੇਖੋ ਤੁਸੀਂ ਮੇਰੇ ਕੋਲੇ ਆਏ ਹੋ, ਪਰ ਇੰਡੀਆ ਦੀ ਜਿਹੜੀ ਟੈਲੀਵਿਜ਼ਨਸ ਦਿੱਲੀ ਦੇ ਵਿੱਚ ਚੱਲਦੇ ਆ, ਜਿਹਨਾਂ ਨੂੰ ਕਹਿੰਦੇ ਆ ਕਿ ਇਹ ਤਾਂ ਜੀ ਕੌਮੀ ਨੈਸ਼ਨਲ ਹੈ, ਮਜਾਲ ਹੈ ਜੇ ਮੇਰੇ ਕੋਲੇ ਆਇਆ ਹੋਵੇ ਕੋਈ। ਨਹੀਂ, ਇੱਥੇ ਨਹੀਂ ਆਉਂਦਾ। ਇੱਥੇ ਤਾਂ ਮੇਰੇ ਕੋਲੇ ਦੇਸੀ ਭਰਾ ਆਉਂਦੇ ਆ ਤੇ ਉਹ ਲੈ ਲੁੱਲ ਜਾਂਦੇ ਆ ਤੇ ਇਹ ਨਹੀਂ ਸਮਝਦੇ ਕਿ ਘੱਟ ਗਿਣਤੀਆਂ ਨਾਲ ਜਿਹੜਾ ਤੁਸੀਂ ਜ਼ਬਰ ਕਰ ਰਹੇ ਹੋ। ਹੁਣ ਦੱਸੋ, ਸਿੱਧੂ ਸਾਹਿਬ ਦੀ ਕਾਰ ਦੇ ਵਿੱਚ ਟ੍ਰਿਬਿਊਨ ਨੇ ਪਹਿਲੇ ਦਿਨ ਲਿਖਤਾ ਕਿ ਇਹਨਾਂ ਦੀ ਕਾਰ ਦੇ ਵਿੱਚੋਂ ਬੋਤਲ ਸ਼ਰਾਬ ਦੀ ਮਿਲੀ ਹੈ।
ਜਦ ਕਿ ਪੁਲਿਸ ਨੂੰ ਕਹਿਣਾ ਚਾਹੀਦਾ ਹੈ ਕਿ ਇਹ ਮਿਲੀ ਹੈ। ਜੇ ਮਿਲੀ ਹੈ ਸ਼ਰਾਬ ਦੀ ਬੋਤਲ, ਉੱਥੇ ਬੋਤਲ ਦੇ ਉੱਤੇ ਸਿੱਧੂ ਸਾਹਿਬ ਦੇ ਫਿੰਗਰਪ੍ਰਿੰਟ ਆ ਜਿਹੜੇ ਨਿਸ਼ਾਨ ਹੈ, ਜਿਵੇਂ ਹੁਣ ਤੁਹਾਡੇ ਮਾਈਕ ਨੂੰ ਮੈਂ ਫੜਿਆ ਹੈ, ਤੇ ਕੱਲ ਨੂੰ ਤੁਸੀਂ ਜਾ ਕੇ ਫੋਰੈਂਸਿਕ ਸਾਇੰਸ ਲੈਬੋਰੇਟਰੀ ਚਲੇ ਜਾਓ, ਇਹਦਾ ਵੀ ਪਤਾ ਲੱਗ ਜਾਂਦਾ ਪੀਤੀ ਦਾ ਵੀ ਪਤਾ ਲੱਗ ਜਾਂਦਾ ਹੈ। ਤੇ ਫਿਰ ਮੇਰਾ ਮਤਲਬ ਹੈ ਕਿ ਕਿੱਥੇ ਹੈ ਉਹਨਾਂ ਦੇ ਫਿੰਗਰਪ੍ਰਿੰਟਸ। ਤੁਸੀਂ ਕਹਿੰਦੇ ਹੋ ਵੀ ਇਹ ਕੁਦਰਤੀ ਐਕਸੀਡੈਂਟ ਨਹੀਂ, ਇਹ ਧੱਕਾ ਹੋਇਆ ਹੈ। ਹਾਂ, ਧੱਕਾ ਹੋਇਆ ਹੈ, ਕਿਉਂ ਕਰਕੇ ਜਦੋਂ ਇੰਟਰੋਗੇਸ਼ਨ ਸਿੱਧੂ ਸਾਹਿਬ ਦੀ ਹੋਈ ਹੈ, ਉਸ ਵੇਲੇ ਸਾਰੀਆਂ ਜਿਹੜੀਆਂ IB ਮਿਲਟਰੀ ਇੰਟੈਲੀਜੈਂਸ ਸਾਰਿਆਂ ਦੇ ਨੁਮਾਇੰਦੇ ਉਹਨਾਂ ਨੂੰ ਇੰਟਰੋਗੇਟ ਪੁੱਛਗਿੱਛ ਕਰਨ ਲਈ ਗਏ ਸੀਗੇ ਤੇ ਉਹਨਾਂ ਨੂੰ ਕੋਈ ਸਪੈਸ਼ਲ ਗੱਲ ਕਰਦਾ ਹੁੰਦਾ ਸੀ ਦੀਪ, ਤੁਸੀਂ ਸੀਨੀਅਰ ਸੀ ਕੁਝ, ਬਈ ਮੇਰੇ ਤੇ ਆ ਖਤਰਾ ਹੈ ਇਹਨਾਂ ਦਾ? ਬੋਲੀ ਤਾਂ ਜਾਂਦਾ, ਹੁਣ ਸੁਣ ਲਓ। ਜੇ ਨਹੀਂ ਕਰਦਾ ਸੀਗਾ ਤਾਂ ਫਿਰ ਕਿਉਂ ਕੀ ਇਹ ਤੂੰ ਝੂਠ ਬੋਲ ਰਿਹਾ ਹੈ? 3 ਦਿਨ ਉਹਨਾਂ ਨੂੰ ਰੋਟੀ ਪਾਣੀ ਨਹੀਂ ਦਿੱਤਾ, ਸੌਣ ਨੂੰ ਨਹੀਂ ਦਿੱਤਾ। ਚਲੋ ਸਾਡੀ ਸਾਰੀਆਂ ਏਜੰਸੀਆਂ ਪੁੱਛਗਿੱਛ ਕਰਨ ਆਉਂਦੀਆਂ, ਮੇਰੀ ਵੀ ਕੀਤੀ ਹੈ, ਸਾਰਾ ਕੁਝ ਦੇਖਿਆ ਹੈ। ਮੇਰੀ ਹੁਣ ਦਾੜੀ 'ਚ ਖੋਦੀ ਹੋਈ ਪਈ ਹੈ, ਮੇਰੀ ਪੱਟੀ ਹੈ ਦੱਬ ਕੇ, ਮੇਰੀ ਦਾੜੀ ਜਿਹੜੀ ਤੁਸੀਂ ਦੇਖਦੇ ਹੋ 2 ਹਿੱਸਿਆਂ 'ਚ ਦਿਖਦੀ ਹੈ ਤੁਹਾਨੂੰ। ਜੇ ਮੈਂ ਐਵੇਂ ਕਰ ਲੈਣਾ ਫਿਰ ਇਹ ਠੋਡੀ ਨੰਗੀ ਹੋ ਜਾਂਦੀ ਹੈ। ਪਰ ਅਜੀਬ ਚੀਜ਼ ਹੈ ਕਿ ਸਰਦਾਰ ਦੀਪ ਸਿੰਘ ਸਿੱਧੂ ਨੂੰ ਦਿੱਲੀ ਦਾ ਡਾਇਰੈਕਟਰ ਜਨਰਲ ਆਫ ਪੁਲਿਸ ਇੰਟਰੋਗੇਟ ਕਰਨ ਆਇਆ ਸੀਗਾ, ਤੇ ਉਸ ਨੇ ਸਿੱਧੂ ਸਾਹਿਬ ਨੂੰ ਕਿਹਾ ਸੀਗਾ ਕਿ ਜਿਹੜਾ ਭਾਰਤ ਹੈ, ਅਜੇ ਮੈਂ ਭਾਰਤ ਦਾ ਮੈਂ ਪੜ੍ਹਿਆ ਲਿਖਿਆ ਤਕਰੀਬਨ ਆਪਣੇ ਆਪ ਨੂੰ ਸਮਝਦਾ ਬਹੁਤ, ਪਰ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਇੰਡੀਆ ਨੂੰ ਭਾਰਤ ਕਿਉਂ ਕਹਿੰਦੇ ਆ। ਉਹਨੇ ਕਿਹਾ ਕਿ ਭਾਰਤ ਐਡਾ ਤਕੜਾ ਦੇਸ਼ ਹੈ ਕਿ ਜਿਹੜਾ ਇਹਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹਦੇ ਅਸਰ ਬੜੇ ਭੈੜੇ ਹੋਣੇ ਹੈ। ਸੋ ਮੈਂ ਕਿਉਂ ਕਰਕੇ ਪੁਲਿਸ 'ਚ ਰਿਹਾ, ਤਫਤੀਸ਼ਾਂ ਵੀ ਕੀਤੀਆਂ, ਮੇਰੀ ਸਮਝ ਦੇ ਵਿੱਚ ਹੈ ਕਿ ਸਿੱਧੂ ਸਾਹਿਬ ਦੀ ਗੱਡੀ ਦੇ ਪਿੱਛੇ ਇੱਕ ਹੋਰ ਗੱਡੀ ਲੱਗੀ ਹੋਈ ਸੀਗੀ, ਜਿਸ ਨੇ ਡਰਾਈਵਰ ਦੇ ਨਾਲ ਰਲ ਕੇ ਉਸ ਮੌਕੇ ਤੇ ਉਹਨੂੰ ਸਿਗਨਲ ਕੀਤਾ ਕਿ ਹੁਣ ਤੋਂ ਬ੍ਰੇਕਾਂ ਦੱਬ ਦੇ। ਤੇ ਫਿਰ ਟਾਇਰਾਂ ਦੇ ਵੀ ਬਹੁਤ ਨਿਸ਼ਾਨ ਸੜਕ ਤੇ ਡੂੰਘੇ ਡੂੰਘੇ ਪਏ ਹੋਏ ਆ ਟਰੱਕ ਦੇ। ਤੇ ਇਹ ਪੁਲਿਸ ਨਹੀਂ ਦੱਸਦੀ ਕਿ ਇੱਕਦਮ ਇਹ ਬ੍ਰੇਕ ਕਿਉਂ ਮਾਰੀ। ਉਹ ਟਰੱਕ ਦੇ ਅੱਗੇ ਕੋਈ ਆਦਮੀ ਆ ਗਿਆ ਸੀ, ਕੋਈ ਚੀਜ਼ ਆ ਗਈ ਸੀ, ਕਿਉਂ ਕਰਕੇ ਉਹ ਸੜਕ ਦੇ ਖੱਬੇ ਚੱਲ ਰਿਹਾ ਸੀ। ਤੇ ਐਡੇ ਵੱਡੇ GT ਰੋਡ ਦੇ ਉੱਤੇ ਐ ਨਹੀਂ ਹੁੰਦਾ ਕਿ ਕੋਈ ਬੰਦਾ ਜਾਂ ਸਾਈਕਲ ਜਾਂ ਮੋਟਰ ਰਾਹ 'ਚ ਆ ਜੇ। ਉਹ ਬ੍ਰੇਕਾਂ ਕਿਉਂ ਵੱਜੀਆਂ? ਫਿਰ ਸਿੱਧੂ ਸਾਹਿਬ ਦੇ ਮੱਥੇ ਦੇ ਉੱਤੇ ਇੱਕ ਗੋਲ ਨਿਸ਼ਾਨ ਸੀਗਾ, ਉਸ ਟਰੱਕ ਦੇ ਉੱਤੇ ਸਰੀਆ ਨਹੀਂ ਸੀ ਲੱਦਿਆ ਹੋਇਆ, ਜਿਹਦੇ ਨਾਲ ਉਹ ਇਹਨਾਂ ਦੇ ਮੱਥੇ 'ਚ ਵੜ ਜਾਂਦਾ। ਮੈਨੂੰ ਸ਼ੱਕ ਹੈ ਕਿ ਇਹਨਾਂ ਨੂੰ ਗੋਲੀ ਮਾਰੀ ਗਈ ਹੈ। ਔਰ ਸਭ ਤੋਂ ਵੱਡੀ ਗੱਲ ਮਾਨ ਸਾਹਿਬ, ਇਹ ਵੀ ਸਵਾਲ ਖੜਾ ਹੋ ਸਕਦਾ ਹੈ ਕਿ ਤੁਸੀਂ ਜਿਹੜਾ ਦੀਪ ਸਿੱਧੂ ਦਾ ਐਕਸੀਡੈਂਟ ਸੀਗਾ ਉਹ ਇੱਕ ਪਾਸੇ ਤੱਕ ਹੁੰਦਾ ਤੇ ਉਸ ਤੋਂ ਬਾਅਦ ਉਹਦੇ ਟਰੱਕ ਦੇ ਬ੍ਰੇਕ ਵੱਜਦੇ ਨੇ। ਲੋਕ ਕਹਿ ਦਿੰਦੇ ਵੀ ਟਰੱਕ ਨੈਚੁਰਲ ਹੈ, ਕਿਸੇ ਨੇ ਘੇਰਿਆ ਹੋਵੇ। ਕਈ ਵਾਰੀ ਸਿੱਧਾ ਬ੍ਰੇਕ ਚਲੋ ਹੋਇਆ, ਉਹ ਮੰਨ ਲਓ ਵੀ ਨੈਚੁਰਲ ਐਕਸੀਡੈਂਟ ਹੀ ਹੋਵੇ, ਬੰਦੇ ਨੂੰ ਫਸਾਇਆ ਹੀ ਇਸ ਤਰੀਕੇ ਨਾਲ ਜਾਂਦਾ। ਜਿਵੇਂ ਤੁਸੀਂ ਇੱਕ ਨਵੀਂ ਗੱਲ ਦੱਸੀ ਹੈ, ਪਿੱਛੋਂ ਗੱਡੀ ਲਾਤੀ, ਇੱਧਰੋਂ ਗੱਡੀ ਲਾਤੀ, ਤੇ ਬੰਦੇ ਨੂੰ ਐਕਸੀਡੈਂਟ ਚਾਹੇ ਨੈਚੁਰਲ ਹੋਵੇ ਪਰ ਉਹ ਵੀ ਕਰਵਾਇਆ ਜਗਿਆ ਹੋ ਸਕਦਾ। ਤੇ ਬਾਕੀ ਜੇ ਬੋਡੀ ਟਰੱਕ ਇੱਥੋਂ ਤੱਕ ਫਿਸਲ ਗਿਆ ਤੇ ਬੋਡੀ ਤੇ ਕੋਈ ਨਾ ਕੋਈ ਸੱਟ ਤਾਂ ਹੋਵੇ, ਬੰਦੇ ਦੀ ਛਾਤੀ ਫਿਸ ਜਾਂਦੀ ਹੈ। ਫਿਰ ਦੇਖੋ ਪ੍ਰਿੰਸੈਸ ਡਾਇਨਾ ਜਿਹੜੀ ਇਹ ਰਾਜਕੁਮਾਰੀ ਸੀ ਬਰਤਾਨੀਆ ਦੀ, ਫਰਾਂਸ ਦੇ ਵਿੱਚ ਉਹਦਾ ਵੀ ਐਕਸੀਡੈਂਟ ਕਰਾ ਕੇ ਦਿਖਾਇਆ ਗਿਆ, ਜਿਹਦੇ ਤੇ ਦੁਨੀਆ 'ਚ ਬੜਾ ਸ਼ੱਕ ਸੀਗਾ ਕਿ ਇਹ ਬਰਤਾਨੀਆ ਦੀ ਹਕੂਮਤ ਨੇ ਕਰਾਇਆ। ਠੀਕ ਹੈ, ਇਹੋ ਜਿਹੇ ਫੇਮਸ ਹੋ ਗਈ ਸੀ। ਹਾਂ, ਪ੍ਰਿੰਸੈਸ ਡਾਇਨਾ, ਜਿਵੇਂ ਕੈਪਟਨ ਕਵਲਜੀਤ ਸਿੰਘ ਜੀ ਦੇ ਨਾਲ ਹੋਇਆ, ਕੈਪਟਨ ਕਵਲਜੀਤ ਸਿੰਘ ਦੇ ਨਾਲ ਵੀ ਹੋਇਆ, ਉਹਨਾਂ ਨੂੰ ਵੀ ਬਾਦਲ ਹਕੂਮਤ ਨੇ ਕਰਾਇਆ। ਮੈਂ ਕਿਹਾ ਸੀ ਉਹਨਾਂ ਦੇ ਭੋਗ ਤੇ ਕਿ ਇਹ ਕਤਲ ਹੈ, ਇਹ ਐਕਸੀਡੈਂਟ ਨਹੀਂ ਹੈ। ਜੀ ਜੀ। ਤੇ ਇਹਦੇ ਬਾਰੇ ਤੁਸੀਂ ਜਿਵੇਂ ਵੋਟਾਂ 'ਚ ਬਿਜ਼ੀ ਸੀ ਤੇ ਦੀਪ ਸਿੱਧੂ ਦੀ ਆਖਰੀ ਇੱਛਾ ਵੀ ਸੀਗੀ ਵੀ ਸਿਮਰਜੀਤ ਸਿੰਘ ਮਾਨ ਹੀ ਹੋਣ। ਦੇਖੋ ਵੀ ਸਿਮਰਜੀਤ ਸਿੰਘ ਮਾਨ ਇੱਕ ਦੀਪ ਸਿੱਧੂ ਇੱਕ ਇੰਨਾ ਇੰਟੈਲੀਜੈਂਟ ਬੰਦਾ ਸੀ, ਪੰਜਾਬ ਦੇ ਵਿੱਚ ਕਿੰਨੇ ਲੀਡਰ ਖੜੇ ਸੀ, ਪਰ ਹੁਣ ਸਿਰਫ ਸਿਮਰਜੀਤ ਸਿੰਘ ਮਾਨ ਚੁਣਿਆ ਉਹਨਾਂ ਨੇ। ਬਹੁਤ ਸਾਰੇ ਲੋਕ ਪਹਿਲਾਂ ਵੀ ਨਾਲ ਸੀ, ਬਹੁਤ ਸਾਰੇ ਲੋਕ ਉਹਦੇ ਚਲੇ ਜਾਣ ਤੋਂ ਬਾਅਦ ਨਾਲ ਆ ਗਏ। ਚਲੋ ਪਰਮਾਤਮਾ ਕਰੇ ਉਹਦੀ ਆਖਰੀ ਇੱਛਾ ਪੂਰੀ ਹੋਵੇ। ਪਰ ਤੁਸੀਂ ਜਦੋਂ ਉਹਨਾਂ ਦੇ ਅਖੰਡ ਭੋਗ ਪੈ ਗਏ ਆਖਰੀ,
ਉਸ ਤੋਂ ਬਾਅਦ ਕੁਝ ਐਸਾ ਕੀ ਕਰਨ ਜਾ ਰਹੇ ਹੋ ਕਿ ਜਿਹੜਾ ਐਕਚੁਅਲ ਦੇ ਵਿੱਚ ਹੋਵੇ, ਕਿਉਂਕਿ ਲੋਕ ਤਾਂ ਹੱਥ ਪਾਰ ਮਾਰ ਲੈਂਦੇ, ਲੋਕਾਂ ਦੀ ਪਹੁੰਚ ਨਹੀਂ ਹੈ। ਤੁਸੀਂ ਬੜੇ ਸਮਝਦਾਰ ਹੋ, ਇਸ ਸਿਸਟਮ ਦੇ ਵਿੱਚ ਰਹੇ ਹੋ, ਤੁਸੀਂ ਐਸਾ ਕੀ ਕਰਨ ਜਾ ਰਹੇ ਹੋ ਕਿ ਤਹਿ ਤੱਕ ਪਹੁੰਚਿਆ ਜਾਵੇ? ਕਰਾਂਗੇ ਕਿ ਇੱਕ ਇੰਟਰਨੈਸ਼ਨਲ ਕਮਿਸ਼ਨ ਤਫਤੀਸ਼ ਕਰੇ UN ਦਾ, ਜਿਵੇਂ ਲੈਬਨਾਨ ਦਾ ਪ੍ਰਾਈਮ ਮਿਨਿਸਟਰ ਹਰਾਰੀ ਮਾਰਿਆ ਗਿਆ ਸੀਗਾ, ਉਹਦੀ ਵੀ ਤਫਤੀਸ਼ UN ਦੇ ਕਮਿਸ਼ਨ ਨੇ ਕੀਤੀ ਸੀਗੀ। ਜਦੋਂ ਬੀਬੀ ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਪ੍ਰਾਈਮ ਮਿਨਿਸਟਰ ਮਾਰੀ ਗਈ ਹੈ, ਉਹਦੀ ਵੀ ਤਫਤੀਸ਼ UN ਤੋਂ ਹੋਈ ਸੀਗੀ। ਇਸੇ ਤਰ੍ਹਾਂ ਭਾਈ ਸਿੱਧੂ ਦੀ ਵੀ ਤਫਤੀਸ਼ UN ਦੇ ਕਮਿਸ਼ਨ ਤੋਂ ਕਰਾਉਣ ਦਾ ਅਸੀਂ ਮੰਗ ਕਰਾਂਗੇ। ਉਹ ਨੇਤਾ ਸੀ, ਪੋਲੀਟੀਸ਼ੀਅਨ ਸੀ, ਤੇ ਦੀਪ ਸਿੱਧੂ ਸਾਡਾ ਆਮ ਲੋਕਾਂ ਦਾ ਸੀ, ਕੋਈ ਆਫੀਸ਼ੀਅਲ ਨੇਤਾ ਨਹੀਂ ਸੀ। ਤੇ ਇਹ ਗੱਲ ਤੇ ਤਾਂ ਨਹੀਂ ਕੋਈ ਦਿੱਕਤ ਆਏਗੀ? ਤੁਸੀਂ ਕਰੋਗੇ? ਪੜ੍ਹਿਆ ਲਿਖਿਆ ਕਲਾਕਾਰ ਸੀਗਾ, ਕਿੰਗਸ ਕਾਲਜ ਤੋਂ ਵਕਾਲਤ ਕਰਕੇ ਆਇਆ ਸੀ। ਗਾਂਧੀ ਨਹਿਰੂ ਜਿਨ੍ਹਾਂ ਦੇ ਬਰਾਬਰ ਦਾ ਉਹਦਾ ਦਿਮਾਗ ਸੀ, ਤਾਂ ਐਵੇਂ ਜਿਹਾ ਬੰਦਾ ਥੋੜ੍ਹੀ ਸੀਗਾ। ਮੇਰਾ ਮਤਲਬ ਹੈ ਕਿ ਇੱਕ ਕਿੱਡਾ ਕਲਾਕਾਰ ਸੀ ਜਿਹੜਾ ਆਪਣੀ ਬੋਡੀ ਨੂੰ ਐਂ ਰੱਖਦਾ ਸੀਗਾ ਤੇ ਉਹਦੇ ਉੱਤੇ ਇਲਜ਼ਾਮ ਲਾਤਾ ਕਿ ਬੋਤਲ ਸ਼ਰਾਬ। ਤੁਹਾਡੀ ਕਿਰਪਾਨ ਸੀ ਉਹ ਸੰਤ ਸਾਹਿਬ ਨੇ ਦਿੱਤੀ ਹੋਈ ਸੀ ਤੁਹਾਨੂੰ? ਨਹੀਂ, ਉਹ ਤਾਂ ਸਾਡੇ ਪਰਿਵਾਰ ਦੀ ਹੈ। ਉਹ ਭਾਵੇਂ ਤੁਹਾਡੇ ਬਹੁਤ ਨਜ਼ਦੀਕੀ ਸੀ, ਪਰ ਤੁਸੀਂ ਵੀ ਗਈ ਆ ਉਹ, ਪਰ ਤੁਸੀਂ ਤਾਂ ਵੀ ਤੁਹਾਡੇ ਬਹੁਤ ਨਜ਼ਦੀਕੀ ਸੀ। ਤੁਸੀਂ ਦੀਪ ਸਿੱਧੂ ਨੂੰ ਹੱਥ 'ਚ ਥਮਾਈ। ਬਹੁਤ ਸਾਰੇ ਲੋਕ ਤੁਹਾਡੇ ਨਾਲ ਰਹਿੰਦੇ ਨੇ ਮਾਨ ਸਾਹਿਬ, ਬੜੇ ਲੋਕਾਂ ਨੇ ਤੁਹਾਨੂੰ ਪਿਆਰ ਕੀਤਾ, ਬੜੇ ਲੋਕ ਤੁਹਾਡੇ ਚਲੇ ਜਾਣ ਬਾਅਦ ਤੁਹਾਡੇ ਕੋਲੇ ਤੁਹਾਡੀ ਜਿਹੜਾ ਤੁਸੀਂ ਡਿਊਟੀ ਕਰਦੇ ਹੋ ਕਰਨ ਨੂੰ ਤਿਆਰ ਸੀ। ਪਰ ਤੁਸੀਂ ਦੀਪ ਸਿੱਧੂ ਨੂੰ ਚੁਣਿਆ ਕਿ ਹੁਣ ਮੇਰਾ ਬੁਢਾਪਾ ਜਿਹੜਾ ਸੌਖਾ ਹੋ ਗਿਆ, ਉਹ ਚਲੇ ਗਿਆ। ਦੀਪ ਸਿੱਧੂ 'ਚ ਐਸਾ ਹੋਰ ਕੀ ਖਾਸ ਲੱਗਦਾ ਸੀ ਤੁਹਾਨੂੰ? ਲੱਭਦਾ ਸੀਗਾ ਕਿ ਕਿਰਨ ਕਿ ਹੁਣ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਜ਼ਾਦੀ ਦੀ ਜਦੋਜਹਿਦ ਸ਼ੁਰੂ ਕੀਤੀ ਹੈ ਤੇ ਅਮਨ ਪਸੰਦ ਤਰੀਕੇ ਦੇ ਨਾਲ ਭਾਈ ਦੀਪ ਸਿੰਘ ਸਿੱਧੂ ਉਹ ਜਿਵੇਂ ਰੀਲੇ ਦੇ ਵਿੱਚ ਬੇਟਨ ਫੜੀਦਾ ਹੈ ਤੇ ਅਗਲੇ ਨੂੰ ਦੇ ਦਈਦਾ, ਉਹ ਯੋਗ ਹੋ ਗਿਆ ਮੇਰੇ ਤੋਂ ਬੇਟਨ ਫੜਨ ਦਾ। ਇਹ ਮੇਰੀ ਸਮਝ ਸੀਗੀ। ਜੀ। ਔਰ ਉਹਦੇ ਨਾਲ ਤੁਸੀਂ ਬੈਠ ਕੇ ਕਦੇ, ਕਿਉਂਕਿ ਕਿੰਨੇ ਉੱਪਰਲੇ ਲੈਵਲ ਦੀਆਂ ਇੰਟੈਲੈਕਚੁਅਲ ਗੱਲਾਂ ਕਰਦਾ ਹੁੰਦਾ ਸੀ, ਉਹ ਤੁਹਾਡੇ ਤੋਂ ਜਾਣਕਾਰੀ ਲੈਂਦਾ ਹੁੰਦਾ ਸੀ ਬੈਠ ਕੇ। ਤੇ ਇੱਕ ਬੜੀ ਪਿਆਰੀ ਵੀਡੀਓ, 2-3 ਵੀਡੀਓ ਦੇਖ ਕੇ ਲੋਕ ਰੋ ਰਹੇ ਨੇ ਕਿ ਮਾਨ ਸਾਹਿਬ ਕਿੰਨਾ ਪਿਆਰ, ਤੁਸੀਂ ਉਹਦੇ ਪਰਨਾ ਬੰਨ ਰਹੇ ਹੋ। ਤੁਸੀਂ ਇੱਕ ਵਾਰੀ ਉਹਦੇ ਗਲ 'ਚ ਪਰਨਾ ਬੰਨ ਕੇ ਉਹਦੇ ਮੂੰਹ 'ਤੇ ਹੱਥ ਫੇਰਿਆ, ਤੁਹਾਨੂੰ ਜਮਾਂ ਹੀ ਬਿਲਕੁਲ ਆਪਣਾ ਲੱਗਦਾ ਸੀ, ਬੱਚਿਆਂ ਵਾਂਗ ਲੱਗਦਾ ਸੀ, ਹਾਲਾਂਕਿ ਤੁਹਾਨੂੰ ਬਹੁਤ ਪੁਰਾਣਾ ਮਿਲਿਆ ਨਹੀਂ ਸੀਗਾ। ਫਿਰ ਹੈ ਸੀ ਉਹਦੀ ਜਿਹੜੀ ਇਹ ਸੁਭਾਅ ਸੀ, ਉਹ ਲੋਕਾਂ ਨੂੰ ਇਹ ਜਿੱਤ ਲੈਂਦਾ ਸੀਗਾ, ਪ੍ਰਭਾਵਕ ਬਹੁਤ ਸੀਗਾ। ਉਹ ਲੋਕਾਂ ਦੇ ਉੱਤੇ ਆਪਣਾ ਪ੍ਰਭਾਵ ਬਹੁਤ ਛੱਡ ਜਾਂਦਾ ਸੀਗਾ। ਲੋਕ ਉਹਦੇ ਨਾਲ ਜੁੜ ਜਾਂਦੇ ਸੀਗੇ ਕਿ ਇਹ ਸਾਡਾ ਹੈਗਾ। ਅੱਛਾ, ਤੁਸੀਂ ਮੰਨਦੇ ਹੋ ਕਿ ਅਮਰਗੜ੍ਹ ਦੇ, ਮੈਂ ਇਹ ਨਹੀਂ ਮੰਨਦਾ ਕਿ ਸਿਮਰਜੀਤ ਸਿੰਘ ਮਾਨ ਨੇ ਦੀਪ ਸਿੱਧੂ ਦੀ ਮੌਤ ਨੂੰ ਵਰਤ ਕੇ ਵੋਟਾਂ ਮੰਗੀਆਂ ਹੋਣਗੀਆਂ। ਤੁਸੀਂ ਇਦਾਂ ਦਾ ਕੰਮ, ਤੁਹਾਡੀ ਜ਼ਮੀਰ ਵੀ ਇਜਾਜ਼ਤ ਨਹੀਂ ਦੇਊਗੀ। ਪਰ ਦੀਪ ਸਿੱਧੂ ਦੀ ਆਖਰੀ ਇੱਛਾ ਸੀ ਇਹ ਕਹਿ ਕੇ ਲੋਕਾਂ ਨੇ ਜ਼ਰੂਰ ਵੋਟਾਂ ਪਾਈਆਂ ਹੋਣਗੀਆਂ। ਤੁਹਾਨੂੰ ਲੱਗਦਾ ਕਿ ਦੀਪ ਸਿੱਧੂ ਦਾ ਆਉਣਾ ਤੇ ਦੀਪ ਸਿੱਧੂ ਦਾ ਚਲੇ ਜਾਣਾ ਤੇ ਉਹ ਤੁਹਾਨੂੰ ਫਰਕ ਪਿਆ ਹੋਊਗਾ ਵੋਟਾਂ? ਮੈਂ ਇਹੋ ਜਿਹੀ ਗੱਲ ਕਰਦਾ ਤੇ ਮੇਰਾ ਨਾਂ ਤਾਂ ਬਦਨਾਮ ਹੋ ਜਾਣਾ ਸੀ। ਨਹੀਂ ਕਰ ਸਕਦੇ ਤੁਸੀਂ ਨਾ। ਫਿਰ ਮੇਰਾ ਮਤਲਬ ਹੈ, ਤੁਸੀਂ ਆਪ ਸੋਚੋ ਕਿ ਜਦੋਂ ਮੈਂ ਆਪਣੇ ਆਪ ਨੂੰ ਬਾਹਰ ਰੱਖਿਆ ਇਹੋ ਜਿਹੀ ਕੰਟਰੋਵਰਸੀਜ਼ ਤੋਂ, ਤੇ ਫਿਰ ਮੈਂ ਕਿਵੇਂ ਕਹਿਣਾ ਸੀਗਾ ਕਿ ਇਹ ਤੂੰ ਮੇਰੀ ਹੈਲਪ ਕਰ। ਉਹ ਪੜ੍ਹਿਆ ਲਿਖਿਆ ਵੱਡਾ ਵਕੀਲ ਸੀ, ਉਹ ਆਪ ਆਇਆ। ਜੇਠ ਮਲਾਨੀ ਸਾਹਿਬ ਮੇਰੇ ਵਕੀਲ ਬਣੇ ਸੀ, ਉਹ ਆਪ ਬਣੇ ਸੀਗੇ। ਮੇਰੇ ਬੀਬੀ ਜੀ, ਮੇਰੇ ਮਾਤਾ, ਉਹਨਾਂ ਦੇ ਕੋਲੇ ਗਏ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਮਾਤਾ ਮੈਂ ਤੁਹਾਥੋਂ ਪੈਸਾ ਨਹੀਂ ਲੈਣਾ, ਤੁਸੀਂ ਬਹੁਤ ਪਾਠ ਕਰਨ ਵਾਲੇ ਹੈਗੇ ਹੋ। ਤੇ ਉਹਨਾਂ ਨੇ ਫਿਰ ਮੇਰਾ ਕਿਉਂ ਕੀਤਾ ਇਹ ਜੇਠ ਮਲਾਨੀ ਸਾਹਿਬ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਵਕੀਲ ਸੀ, ਉਸ ਨੂੰ ਕੀ ਲੋੜ ਸੀਗੀ ਕਿ ਮੇਰੇ ਕੇਸ ਕਰੇ, ਜਿਹੜਾ ਇੱਕ ਮਿੰਟ ਦੇ ਪੈਸੇ ਲੈਂਦਾ? ਹਾਂ, ਐ ਨਹੀਂ ਹੁੰਦਾ। ਜੀ। ਅਸੀਂ ਐ ਨਹੀਂ ਆਪਣੀ ਬਦਨਾਮੀ ਥੋੜੀ ਕਰਾਉਂਦੇ ਆ ਯਾਰ। ਇਹ ਤੁਹਾਡੇ 'ਚ ਖਾਸੀਅਤ ਹੈ, ਇਹ ਇੱਜ਼ਤ ਰੱਖਦੇ ਆ ਬਰਾੜ ਸਾਹਿਬ। ਹੁਣ ਤੁਸੀਂ ਵੀ ਆਪਣੀ ਇੱਜ਼ਤ ਰੱਖੋ। ਜ਼ਫਰਨਾਮੇ ਦੇ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਕਿ ਮੈਂ ਹੁਣ ਬਰਾੜਾਂ ਦੀ ਕੌਮ ਦੇ ਵਿੱਚ ਆਇਆ ਹੋਇਆ ਤੇ ਮੈਨੂੰ ਕੋਈ ਖਤਰਾ ਨਜ਼ਰ ਨਹੀਂ ਆਉਂਦਾ, ਤੇ ਤੁਸੀਂ ਦਾੜੀ ਕੇਸ ਰੱਖੋ। ਇਹ ਜਿਹੜਾ ਤੁਹਾਨੂੰ ਉਹਦਾ ਗੁਰੂ ਸਾਹਿਬ ਨੇ ਦਿੱਤਾ ਹੈ,
ਉਹਦੇ ਤੋਂ ਬਰਾੜਾ ਤੇ ਸਿੱਧੂਆਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਜੀ 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 ਹਾਂ, ਅਸੀਂ ਤਾਂ ਵੈਸੇ ਪਹਿਲਾਂ ਤੋਂ ਲੈ ਕੇ ਤੁਹਾਡੇ ਬਾਰੇ ਜ਼ਰੂਰ ਸੁਣਦੇ ਹੁੰਦੇ ਸੀ, ਪਰ ਹੁਣ ਤਾਂ ਚਲੋ ਇੱਕ ਲਹਿਰ ਚੱਲੀ। ਤੇ ਕੀ ਕਹਿੰਦਾ ਜੀ, ਡੱਬਿਆਂ ਦੇ ਵਿੱਚ ਬੰਦ ਹੋ ਗਈ ਹੈ ਕਿਸਮਤ, ਜਦੋਂ ਖੁੱਲ੍ਹੇਗੀ ਤਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਗਰਜੋਗੇ। ਪ੍ਰਮਾਤਮਾ ਦੀ ਕਿਰਪਾ ਹੋਈ, ਤੁਸੀਂ ਗਰਜੇ ਉੱਥੇ। ਤੁਹਾਡੇ ਤੇ ਐਸਾ ਕੋਈ ਲੀਡਰ ਨਹੀਂ, ਤੁਹਾਡੇ ਆਪਣੇ ਵੀ, ਤੁਹਾਡੇ ਸਾਡੂ ਵੀ, ਤੁਹਾਡੇ ਨਾਲ ਵਰਤਦੇ ਰਹੇ ਵੀ, ਤੁਹਾਡੇ ਬਣਾਏ ਹੋਏ ਵੀ, ਕੋਈ ਖੁਸ਼ ਨਹੀਂ। ਲੀਡਰਾਂ ਦੇ ਵਿੱਚੋਂ 117 ਦੇ ਵਿੱਚੋਂ ਬਾਕੀ 117 ਦੇ 117 ਇਸ ਟਾਈਮ ਇਹ ਨਹੀਂ ਚਾਹੁੰਦੇ ਹੋਣਗੇ ਕਿ ਸਿਮਰਜੀਤ ਸਿੰਘ ਮਾਨ ਵਿਧਾਨ ਸਭਾ 'ਚ ਜਾਣ। ਪਰ ਜੇ ਤੁਸੀਂ ਚਲੇ ਗਏ ਤਾਂ ਅੱਧੇ ਪੰਜਾਬ ਦਾ ਸੁਪਨਾ ਪੂਰਾ ਹੋ ਜਾਣਾ, ਪੌਣੇ ਪੰਜਾਬ ਦਾ ਸੁਪਨਾ ਪੂਰਾ ਹੋ ਜਾਣਾ। ਉੱਥੇ ਜਾ ਕੇ ਗਰਜੋਗੇ, ਕਿਹੋ ਜਿਹੀਆਂ ਵੱਡੀਆਂ ਮੰਗਾਂ ਰੱਖੋਗੇ। ਕਹਿੰਦੇ ਕਿ ਸਿਮਰਜੀਤ ਸਿੰਘ ਮਾਨ ਨੂੰ ਕਈ ਲੋਕ ਕਹਿੰਦੇ ਵੀ ਉਹਨਾਂ ਨੇ ਜਾ ਕੇ ਪਹਿਲਾਂ ਖਾਲਿਸਤਾਨ ਦੀ ਮੰਗ ਰੱਖ ਦੇਣੀ ਹੈ। ਮੁੱਦੇ ਹਜੇ ਹੋਰ ਵੀ ਬਹੁਤ ਹੈਗੇ ਨੇ, ਤੇ ਕਿਹੋ ਜਿਹੇ ਮੁੱਦੇ ਹੋਣਗੇ, ਕਿਹੋ ਜਿਹੀ ਉਮੀਦ ਲਾਉਣ ਤੁਹਾਡੇ ਤੋਂ ਲੋਕ? ਦੇਖੋ ਬਰਾੜ ਸਾਹਿਬ, ਖਾਲਿਸਤਾਨ ਤੋਂ ਡਰਨਾ ਨਹੀਂ ਚਾਹੀਦਾ। ਇੱਕ ਸੋਚ ਹੈ, ਸੋਚ ਦੇ ਉੱਤੇ ਮੁਕੱਦਮਾ ਨਹੀਂ ਬਣਦਾ ਹੁੰਦਾ। ਜੇ ਤੁਹਾਨੂੰ ਰਾਤ ਨੂੰ ਸੁਪਨਾ ਆ ਜੇ ਤੇ ਅਗਲੇ ਦਿਨ ਤੁਹਾਡੇ ਉੱਤੇ ਬਲਾਤਕਾਰ ਦਾ ਕੇਸ ਕਰ ਦੇਣ ਤਾਂ ਨਜਾਇਜ਼ ਹੈ ਨਾ। ਜੇ ਸੋਚ ਦੇ ਉੱਤੇ ਮੁਕੱਦਮੇ ਨਹੀਂ ਹੁੰਦੇ ਨਾ। ਹਾਂ, ਤੇ ਜੇ ਖਾਲਿਸਤਾਨ ਦੀ ਕੋਈ ਗੱਲ ਕਰਦਾ ਅਮਨ ਪਸੰਦ ਤਰੀਕੇ ਦੇ ਨਾਲ, ਉਹ ਚਾਹੁੰਦਾ ਹੈ ਕਿ ਮੈਨੂੰ ਆਜ਼ਾਦੀ ਮਿਲੇ। ਤੁਸੀਂ ਜੇ ਕੁੱਤਾ ਰੱਖਿਆ ਕਦੇ, ਉਹਨੂੰ ਬੰਨ੍ਹ ਦਿੰਦੇ ਹੋ ਤੇ ਉਹ ਰੋਂਦਾ ਹੈ, ਤੇ ਜਦੋਂ ਤੁਸੀਂ ਛੱਡ ਦਿੰਦੇ ਹੋ ਆਪਣੇ ਮਾਲਕ ਦੇ ਉੱਤੇ ਕਿੰਨੀਆਂ ਛਾਲਾਂ ਮਾਰਦਾ। ਜੇ ਕੁੱਤਾ ਆਜ਼ਾਦੀ ਮਹਿਸੂਸ ਕਰਦਾ ਹੈ, ਫਿਰ ਇਹ ਕੁਦਰਤੀ ਹੈ ਕਿ ਮਨੁੱਖ ਵੀ ਕਰੂਗਾ ਆਜ਼ਾਦੀ ਨੂੰ। ਸੋ ਮੈਂ ਕੋਈ ਉਲਟ ਗੱਲ ਥੋੜ੍ਹੀ ਕਰ ਰਿਹਾ। ਅਮਨ ਪਸੰਦ ਤਰੀਕੇ 'ਚ ਰਹਿ ਕੇ ਸਿੱਧੂ ਸਾਹਿਬ ਵੀ ਅਮਨ ਪਸੰਦ ਤਰੀਕੇ ਦੇ ਵਿੱਚ ਆਪਣਾ ਪ੍ਰਚਾਰ ਕਰ ਰਹੇ ਸੀਗੇ, ਪਰ ਹਕੂਮਤ ਨੂੰ ਉਹਨਾਂ ਤੋਂ ਇੰਨਾ ਡਰ ਲੱਗਿਆ ਕਿ ਉਹਨਾਂ ਦਾ ਇਹ ਕਤਲ ਕਰਾਤਾ। ਜਿਵੇਂ ਮੈਂ ਦੱਸਿਆ, DGP ਨੇ ਕੀ ਕਿਹਾ ਕਿ ਇਹ ਬਹੁਤ ਤਕੜੀ ਹਕੂਮਤ ਹੈ, ਇਹਨੂੰ ਤੋੜਨ ਦੀ ਜੋ ਕੋਸ਼ਿਸ਼ ਕਰੂਗਾ ਉਹਦਾ ਅਸਰ ਬਹੁਤ ਮਾੜਾ ਹੋਊਗਾ। ਤੁਹਾਨੂੰ ਕੀ ਲੱਗਦਾ ਕਿ ਇਹ ਕੇਂਦਰ ਵੱਲੋਂ ਹੋਇਆ ਗਿਆ ਜਾਂ ਕਿਸੇ ਹੋਰ ਵੱਲੋਂ? ਨਹੀਂ, ਹੁਣ ਬਾਕੀ ਤੁਸੀਂ ਬਹੁਤ ਸਮਝਦਾਰ ਆਦਮੀ ਹੋ, ਜਰਨਲਿਸਟ ਹੋ, ਸਾਰੇ ਪਾਸੇ ਦੇਖਦੇ ਹੋ। ਹੁਣ ਮੇਰਾ ਮਤਲਬ ਸਾਰਾ ਕੁਛ ਤਾਂ ਮੈਨੂੰ ਪੁੱਛ ਲਿਆ, ਸਾਰਾ ਕੁਛ ਰਮਾਇਣ ਤੁਹਾਡੇ ਕੋਲੇ ਪੜ੍ਹਤੀ ਹੈ। ਹੁਣ ਤੁਸੀਂ ਪੁੱਛ ਰਹੇ ਹੋ ਸੀਤਾ ਕੌਣ ਸੀ, ਇਹਦਾ ਮਤਲਬ ਹੈ ਤੁਸੀਂ ਚੰਗੀ ਤਰ੍ਹਾਂ ਮੇਰੀ ਗੱਲ ਨਹੀਂ ਪਰਖੀ, ਹੈ ਨਾ। ਹੁਣ ਸੀਤਾ ਤਾਂ ਨਾ ਪੁੱਛੋ ਕੌਣ ਹੈ, ਦੱਸ ਤਾਂ ਸਾਰੀ ਰਮਾਇਣ ਹੀ ਜਦੋਂ ਪੜ੍ਹਤੀ। ਜੀ ਜੀ ਬਸ ਕਰੀਏ ਹੁਣ, ਹੈ ਨਾ। ਜੀ, ਪਰ ਇੱਕ ਗੱਲ ਤੁਹਾਡੇ 'ਚ ਬਹੁਤ ਚੰਗੀ ਦੇਖੀ ਅਸੀਂ ਕਿ ਤੁਸੀਂ ਦੀਪ ਜਿਸ ਦਿਨ ਤੋਂ ਇੱਥੇ ਆਇਆ ਸੀ, ਉਸ ਦਿਨ ਤੋਂ ਲੈ ਕੇ ਕਹਿੰਦੇ ਵੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲੂਆ ਦੀ ਮੌਤ ਦੀ ਖਬਰ ਮਿਲੀ ਸੀ ਨਾ, ਉਵੇਂ ਦੀਪ ਸਿੱਧੂ ਦੀ ਖਬਰ ਸਿਮਰਜੀਤ ਸਿੰਘ ਮਾਨ ਨੂੰ ਮਿਲੀ ਹੈ। ਤੁਹਾਡੇ ਦਿਲ ਤੇ ਜੋ ਬੀਤੀ ਉਹ ਤਾਂ ਅਸੀਂ ਬਖੂਬੀ ਜਾਣਦੇ, ਪਰ ਜਿਸ ਦਿਨ ਤੋਂ ਦੀਪ ਇੱਥੇ ਆਇਆ ਸੀ, ਪਹਿਲਾ ਇੰਟਰਵਿਊ ਤੁਸੀਂ ਕੀਤਾ ਸੀ ਮੇਰੀ ਕੌਮ ਮੈਨੂੰ ਵੋਟ ਨਹੀਂ ਪਾਉਂਦੀ, ਉਸ ਤੋਂ ਬਾਅਦ ਤੁਹਾਡੇ 'ਚ ਖੁਸ਼ੀ ਨਜ਼ਰ ਆਈ ਹੈ ਤੇ ਲੱਗਦਾ ਕਿ ਕੌਮ ਦੇ ਲੋਕਾਂ ਨੇ ਤੁਹਾਨੂੰ ਹੁਲਾਰਾ ਦੇਣਾ ਸ਼ੁਰੂ ਕਰਤਾ। ਤੇ ਜੇ ਤੁਸੀਂ ਸੱਚਮੁੱਚ ਹੀ ਆਪਣੇ ਦਿਲੋਂ ਕੌਮ ਦੀ ਰਹਿਨੁਮਾਈ ਕਰਨੇ ਚਾਹੁੰਦੇ ਹੋ ਤਾਂ ਪ੍ਰਮਾਤਮਾ ਕਰੇ ਵੀ ਕੌਮ ਤੁਹਾਨੂੰ ਵਿਧਾਨ ਸਭਾ ਜ਼ਰੂਰ ਪਹੁੰਚੇ। ਸਾਡੇ ਵੱਲੋਂ ਬਹੁਤ ਸ਼ੁਭਕਾਮਨਾਵਾਂ, ਬਹੁਤ ਸ਼ੁਭਕਾਮਨਾਵਾਂ। ਬਹੁਤ ਕਿਰਪਾ ਤੁਹਾਡੀ। ਜੇ EVM ਤੇ ਹਿੰਦੁੱਤਵਾ ਇਨਸਾਫ ਕਰੂਗੀ, ਫਿਰ ਜਿਹੜੇ ਤੁਹਾਡੇ ਲਫ਼ਜ਼ ਹੈ ਇਹ ਸੱਚ ਹੋ ਜਾਣਗੇ। ਪਰ ਅਜੇ ਇਹ ਅੱਗੇ ਟੋਇਆ, ਇਹਨੂੰ ਜਿੱਦਣ ਪਾਰ ਕਰਾਂਗੇ ਫਿਰ ਪਤਾ ਲੱਗੂਗਾ ਕਿ ਇਨਸਾਫ ਇੱਥੇ ਮਿਲਦਾ ਹੈ ਕਿ ਨਹੀਂ ਮਿਲਦਾ। ਕਿਉਂ ਕਰਕੇ ਜਿਹੜਾ ਇਨਸਾਫ ਹੈ ਉਹ ਆਦਮੀ ਤੇ ਬੀਬੀ ਨੂੰ ਦੇਖਣਾ ਚਾਹੀਦਾ ਕਿ ਮੈਨੂੰ ਇਨਸਾਫ ਮਿਲ ਰਿਹਾ। ਇਹ ਨਹੀਂ ਹੈ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਕਹਿ ਦੇ ਕਿ ਇਨਸਾਫ ਅਸੀਂ ਕਰਦੇ ਹਾਂ ਜਾਂ ਦਿੰਦੇ ਹਾਂ, ਉਹ ਦੇਖਣਾ ਵੀ। ਸੋ 10 ਤਰੀਕ ਨੂੰ ਪਤਾ ਲੱਗੂਗਾ ਕਿ ਸਾਨੂੰ ਸਿੱਖ ਕੌਮ ਨੂੰ ਇਨਸਾਫ ਮਿਲ ਰਿਹਾ ਹੈ ਕਿ ਨਹੀਂ। ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ ਜੀ। ਇਹ ਸਿਮਰਜੀਤ, ਵਾਹਿਗੁਰੂ ਜੀ ਕੀ ਫਤਿਹ। ਇਹ ਸਿਮਰਜੀਤ ਸਿੰਘ ਮਾਨ ਸਨ ਔਰ ਇਹਨਾਂ ਦਾ ਕਹਿਣਾ ਕਿ ਸੰਗਤ ਨੇ ਜੋ ਹੁਲਾਰਾ ਦਿੱਤਾ ਉਹ ਬਹੁਤ ਇਹਨਾਂ ਨੂੰ ਭਰੋਸਾ ਉਸ ਗੱਲ ਉੱਤੇ, ਤੇ ਕਿਸਮਤ ਵੋਟਾਂ ਦੇ ਵਿੱਚ ਬੰਦ ਹੋ ਗਈ ਹੈ, ਡੱਬਿਆਂ ਦੇ ਵਿੱਚ ਬੰਦ ਹੋ ਗਈ ਹੈ। ਦੀਪ ਸਿੱਧੂ ਦੇ ਜਾਣ ਦਾ ਇਹਨਾਂ ਨੂੰ ਓਨਾ ਹੀ ਦੁੱਖ ਹੈ ਜਿੰਨਾ ਹਰੀ ਸਿੰਘ ਨਲੂਆ ਦੇ ਜਾਣ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਦੁੱਖ ਸੀ। ਇਹ ਉਹ ਜਰਨੈਲ ਹੈ ਜਿਹਨੇ ਕਦੇ ਹਾਰ ਨਹੀਂ ਮੰਨੀ ਤੇ ਹੁਣ ਵੀ ਕਹਿੰਦੇ ਵੀ ਅਸੀਂ ਕਦੇ ਝੁਕਾਂਗੇ ਨਹੀਂ, ਸਮਝੌਤੇ ਨਹੀਂ ਕਰਾਂਗੇ। ਕੈਮਰਾਮੈਨ ਦੀਪਕ ਦੇ ਨਾਲ ਮੈਂ ਗੁਰਪਾਲ ਸਿੰਘ ਬਰਾੜ, ਹਲਕਾ ਅਮਰਗੜ੍ਹ।